Good morning, my dear students. How are you? I hope you all are well. Last week we have started our third chapter, that is accidents and safeguards, and we have learnt about safety rules in our previous science class. Now today we are going to discuss about first aid. First aid means mudli sahayata. The immediate help given to an injured or sick person is called first aid. ਜਿਹੜੀ ਕਿਸੇ ਜ਼ਖਮੀ ਵਿਅਕਤੀ ਜਾਂ ਬਿਮਾਰ ਵਿਅਕਤੀ ਦੀ ਉਸੇ ਟਾਈਮ ਮਦਦ ਕੀਤੀ ਜਾਂਦੀ ਹੈ ਉਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ। ਸਮਟਾਈਮਸ ਫਸਟ ਏਡ ਕੈਨ ਸੇਵ ਲਿਵਸ। ਸਮਟਾਈਮਸ ਫਸਟ ਏਡ ਨਾਲ ਅਸੀਂ ਕਿਸੇ ਦੀ ਜਾਨ ਬਚਾ ਵੀ ਸਕਦੇ ਹਾਂ। ਪ੍ਰੀਵੈਂਟ ਦ ਇੰਜਰਡ ਔਰ ਸਿਕ ਪਰਸਨਸ ਕੰਡੀਸ਼ਨ ਫਰੋਮ ਗੈਟਿੰਗ ਵਰਸ। ਫਸਟ ਏਡ ਨਾਲ ਅਸੀਂ ਜ਼ਖਮੀ ਜਾਂ ਬਿਮਾਰ ਵਿਅਕਤੀ ਦੀ ਕੰਡੀਸ਼ਨ ਮੀਨਸ ਹਾਲਤ ਨੂੰ ਹੋਰ ਜ਼ਿਆਦਾ ਖਰਾਬ ਹੋਣ ਤੋਂ ਬਚਾ ਸਕਦੇ ਹਾਂ। Keep the injured or sick person comfortable till a doctor arrives। ਜਿੰਨੀ ਦੇਰ ਤੱਕ ਡਾਕਟਰ ਨਹੀਂ ਆ ਜਾਂਦੇ ਸਾਨੂੰ ਜ਼ਖਮੀ ਜਾਂ ਬਿਮਾਰ ਵਿਅਕਤੀ ਨੂੰ ਕੰਫਰਟੇਬਲ ਮੀਨਸ ਆਰਾਮਦਾਇਕ ਫੀਲ ਕਰਵਾਉਣਾ ਚਾਹੀਦਾ, ਉਸ ਦੇ ਆਲੇ ਦੁਆਲੇ ਭੀੜ ਭੜੱਕਾ ਨਹੀਂ ਕਰਨਾ ਚਾਹੀਦਾ। Therefore, it is said that first hour after an accident is very crucial। Crucial means ਨਾਜ਼ੁਕ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਐਕਸੀਡੈਂਟ ਤੋਂ ਬਾਅਦ ਵਾਲਾ ਜਿਹੜਾ 1 ਘੰਟਾ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਹੁੰਦਾ ਹੈ। Either it can save the victim or leave him dead। First aid box। A first aid box should contain the following items। First aid box ਵਿੱਚ ਸਾਰੀਆਂ ਜ਼ਰੂਰੀ ਜਿਹੜੀਆਂ ਵਸਤਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਜਿਵੇਂ ਕਿ ਐਂਟੀਸੈਪਟਿਕ ਲੋਸ਼ਨ, ਐਂਟੀਸੈਪਟਿਕ ਕਰੀਮ, ਕਾਟਨ ਰੋਲਸ, a pair of scissors, sticky tape, some band-aids, some important medicines, etc। फर्स्ट एड फॉर कट्स एंड ਸਕ੍ਰੈਚਿਸ। ਕਟਸ ਅਤੇ ਸਕ੍ਰੈਚਿਸ ਵਾਸਤੇ ਫਸਟ ਏਡ ਕਿਵੇਂ ਪ੍ਰੋਵਾਈਡ ਕਰ ਸਕਦੇ ਹਾਂ। ਫਸਟ ਵਾਸ਼ ਯੋਰ ਹੈਂਡਸ ਬਿਫੋਰ ਟਚਿੰਗ ਯੂਅਰਸ ਔਰ ਸਮ ਅਦਰਸ ਵਾਊਂਡ ਕੱਟ ਔਰ ਸਕ੍ਰੈਚ। ਕਿਸੇ ਦਾ ਜ਼ਖਮ, ਕੱਟ ਜਾਂ ਸਕ੍ਰੈਚ ਨੂੰ ਟੱਚ ਕਰਨ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਨੇ। ਦੈਨ ਵਾਸ਼ ਦਾ ਵਾਊਂਡ ਅੰਡਰ ਰਨਿੰਗ ਵਾਟਰ। ਉਸ ਤੋਂ ਬਾਅਦ ਜਿੱਥੇ ਸੱਟ ਲੱਗੀ ਹੈ ਉਸ ਜ਼ਖਮ ਨੂੰ ਰਨਿੰਗ ਵਾਟਰ ਦੇ ਨੀਚੇ ਧੋਣਾ ਚਾਹੀਦਾ ਹੈ। Then put a cotton wool soaked in an antiseptic solution like Dettol or Savlon on it। ਉਸ ਤੋਂ ਬਾਅਦ ਕਾਟਨ ਨੂੰ ਐਂਟੀਸੈਪਟਿਕ ਸੋਲਿਊਸ਼ਨ ਡਿਟੋਲ ਜਾਂ ਸੈਵਲੋਨ ਵਿੱਚ ਡਿਪ ਕਰਕੇ ਜ਼ਖਮ ਦੇ ਉੱਪਰ ਲਗਾਉਣਾ ਚਾਹੀਦਾ, ਉਸਨੂੰ ਸਾਫ਼ ਕਰਨਾ ਚਾਹੀਦਾ ਤਾਂ ਕਿ ਜੋ ਵੀ ਜਰਮਸ ਜਾਂ ਡਸਟ ਵਗੈਰਾ ਹੈ ਉਹ ਰਿਮੂਵ ਹੋ ਜੇ ਅਤੇ ਜੋ ਵੀ ਵਾਊਂਡ ਹੈ ਉਹ ਕਲੀਨ ਹੋ ਜੇ। ਬਾਈਂਡ ਔਰ ਬੈਂਡੇਜ ਦਾ ਵਾਊਂਡ ਵਿਦ ਅ ਕਲੀਨ ਹੈਂਡਕਰਚੀਫ। ਉਸ ਤੋਂ ਬਾਅਦ ਜਿੱਥੇ ਸੱਟ ਲੱਗੀ ਹੈ, ਜ਼ਖਮ ਹੋਇਆ, ਉਸ ਦੇ ਉੱਪਰ ਬੈਂਡੇਜ ਲਗਾ ਦੇਣੀ ਚਾਹੀਦੀ ਹੈ ਜਾਂ ਕਲੀਨ ਰੁਮਾਲ ਜਿਹੜਾ ਹੈ ਉਸ ਦੇ ਨਾਲ ਕਵਰ ਕਰ ਦੇਣਾ ਚਾਹੀਦਾ ਹੈ। ਇਫ ਦ ਕੱਟ ਔਰ ਸਕ੍ਰੈਚ ਇਜ਼ ਡੀਪ ਇਟ ਵਿਲ ਬਲੀਡ ਮੋਰ। ਜੇ ਤਾਂ ਕੱਟ ਜਾਂ ਜਿਹੜੀਆਂ ਰਗੜਾਂ ਨੇ ਉਹ ਡੂੰਘੀਆਂ ਨੇ ਤਾਂ ਉੱਥੋਂ ਜ਼ਿਆਦਾ ਖੂਨ ਨਿਕਲੇਗਾ। ਇਹ ਟੋਰਨੀਕੇਟ ਕੈਨ ਬੀ ਯੂਜ਼ਡ ਫॉर ਸੱਚ ਕੇਸਿਸ। ਇੱਦਾਂ ਦੇ ਕੇਸਿਸ ਲਈ ਟੋਰਨੀਕੇਟ ਯੂਜ਼ ਕੀਤਾ ਜਾਂਦਾ ਹੈ। ਟੋਰਨੀਕੇਟ ਕੀ ਹੈ? It is a white strip of cloth that is wrapped tightly around the wound 2 or 3 times and then knotted। ਟੋਰਨੀਕੇਟ ਕੀ ਹੈਗਾ? ਇੱਕ ਕੱਪੜੇ ਦੀ ਸਟ੍ਰਿਪ ਹੈ ਜਿਸ ਨੂੰ ਜ਼ਖਮ ਦੇ ਆਲੇ ਦੁਆਲੇ ਟਾਈਟਲੀ ਰੈਪ ਕਰਕੇ ਉਸ ਨੂੰ ਟਾਈ ਕੀਤਾ ਜਾਂਦਾ ਹੈ। ਇਟ ਇਜ਼ ਆਲਵੇਜ਼ ਟਾਈਡ ਅਬਵ ਦਾ ਵਾਊਂਡ ਨੈਵਰ ਔਨ ਇਟ। ਇਸ ਨੂੰ ਹਮੇਸ਼ਾ ਜ਼ਖਮ ਤੋਂ ਥੋੜ੍ਹੀ ਉੱਪਰ ਟਾਈ ਕੀਤਾ ਜਾਂਦਾ, ਜ਼ਖਮ ਦੇ ਉੱਤੇ ਨਹੀਂ ਅਸੀਂ ਇਸ ਨੂੰ ਟਾਈ ਕਰ ਸਕਦੇ। ਤੁਸੀਂ ਇਸ ਪਿਕਚਰ 'ਚ ਦੇਖ ਸਕਦੇ ਹੋ ਇਹ ਕੀ ਹੈਗੀ ਹੈ? ਟੋਰਨੀਕੇਟ। ਵਾਈਟ ਸਟ੍ਰਿਪ ਜਿਹੜੀ ਹੈਗੀ ਹੈ ਕਲੋਥ ਦੀ, ਇਸ ਨੂੰ ਅਸੀਂ ਇਸ ਕਰਕੇ ਟਾਈਟਲੀ ਟਾਈ ਕਰਦੇ ਹਾਂ ਕਿ ਜਿਹੜਾ ਬਲੱਡ ਦਾ ਫਲੋ ਹੈ ਉਹ ਘੱਟ ਹੋ ਜਾਵੇ। ਫਸਟ ਏਡ ਫॉर ਨੋਜ਼ ਬਲੀਡਿੰਗ। ਨੋਜ਼ ਬਲੀਡਿੰਗ ਲਈ ਫਸਟ ਏਡ ਕਿਵੇਂ ਪ੍ਰੋਵਾਈਡ ਕਰ ਸਕਦੇ ਹਾਂ? ਹੌਟ ਸਮਰ ਡੇਜ਼ ਕਾਜ਼ ਫਰੀਕੁਐਂਟ ਨੋਜ਼ ਬਲੀਡਸ। ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਕੁਝ ਇਨਸਾਨਾਂ ਦੇ ਜਿਹੜਾ ਨੱਕ ਹੈ ਉਸ ਵਿੱਚੋਂ ਖੂਨ ਆਉਣਾ ਸਟਾਰਟ ਹੋ ਜਾਂਦਾ, ਜਿਸ ਨੂੰ ਅਸੀਂ ਨਸੀਰ ਫੁੱਟਣਾ ਵੀ ਆਖਦੇ ਹਾਂ। ਦ ਹੀਟ ਸਮਟਾਈਮਸ ਕਾਜ਼ਿਜ਼ ਦ ਥਿਨ ਬਲੱਡ ਵੈਸਲਸ ਇਨਸਾਈਡ ਦ ਨੋਜ਼ ਟੂ ਬਰਸਟ। ਹੀਟ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਬਲੱਡ ਵੈਸਲਸ ਨੇ, ਛੋਟੀਆਂ ਛੋਟੀਆਂ ਥਿਨ ਬਲੱਡ ਵੈਸਲਸ ਨੇ ਪਤਲੀਆਂ ਨੱਕ ਦੇ ਅੰਦਰ, ਉਹ ਫਟ ਜਾਂਦੀਆਂ ਨੇ ਅਤੇ ਲਹੂ ਆਉਣਾ ਸਟਾਰਟ ਹੋ ਜਾਂਦਾ। ਮੇਕ ਸੱਚ ਅ ਪਰਸਨ ਸਿਟ ਔਨ ਅ ਚੇਅਰ ਵਿਦ ਦਾ ਹੈਡ ਥਰੋਨ ਬੈਕ। ਲੂਜ਼ਨ ਹਿਜ਼ ਆਰ ਕਾਲਰ ਐਂਡ ਟਾਈ। ਉਸ ਪਰਸਨ ਨੂੰ ਚੇਅਰ 'ਤੇ ਬਿਠਾ ਦੇਣਾ ਚਾਹੀਦਾ, ਉਸਦਾ ਕਾਲਰ ਟਾਈ ਜਿਹੜਾ ਉਸਨੂੰ ਢਿੱਲਾ ਕਰ ਦੇਣਾ ਚਾਹੀਦਾ। ਪ੍ਰੈਸ ਦਾ ਨੋਜ਼ ਵਿਦ ਦ 2 ਫਿੰਗਰਸ ਫॉर 6 to 8 minutes ਐਂਡ ਆਸਕ ਹਿਮ ਹਰ ਟੂ ਬਰੀਥ ਥਰੂ ਦਾ ਮਾਊਥ। ਉਸਦਾ ਜਿਹੜਾ ਨੋਜ਼ ਆ ਉਹਨੂੰ 2 ਉਂਗਲਾਂ ਦੇ ਨਾਲ ਪ੍ਰੈਸ ਕਰਨਾ ਚਾਹੀਦਾ 6 ਤੋਂ 8 ਮਿੰਟ ਤੱਕ, ਅਤੇ ਉਸਨੂੰ ਮੂੰਹ ਰਾਹੀਂ ਸਾਹ ਲੈਣ ਲਈ ਕਿਹਾ ਜਾਂਦਾ। ਐਨ ਆਈਸ ਪੈਕ ਕੈਨ ਬੀ ਪੁੱਟ ਔਨ ਦਾ ਨੋਜ਼ ਔਰ ਫੋਰਹੈਡ ਟੂ। ਉਸ ਤੋਂ ਬਾਅਦ ਜਿਹੜਾ ਆਈਸ ਪੈਕ ਹੈ ਉਸਨੂੰ ਨੋਜ਼ ਦੇ ਉੱਪਰ ਅਤੇ ਫੋਰਹੈਡ ਦੇ ਉੱਪਰ ਲਗਾਉਣਾ ਚਾਹੀਦਾ।
इफ़ आइस पैक इज़ नॉट अवेलेबल यूज़ रनिंग वाटर। जे तो आइस पैक मौजूद नहीं है तो सानू रनिंग वाटर यूज़ करना चाहिए। इस पिक्चर 'ਚ ਤੁਸੀਂ देख सकते हो कि ਜਿਹੜਾ ਬॉय ਆ ਉਹ ਜਿਹੜਾ ਆਪਣਾ ਨੱਕ ਦਾ ਸੌਫਟ ਪਾਰਟ ਹੈ ਉਸਨੂੰ ਪਿੰਚ ਕਰਨ ਡਿਆ ਅਤੇ ਆਪਣਾ ਜਿਹੜਾ ਹੈਡ ਆ ਉਹਨੂੰ ਥੋੜ੍ਹਾ ਜਿਹਾ ਅੱਗੇ ਟਿਲਟ ਕਰਨਾ ਫੋਰਵਰਡ ਤਾਂ ਕਿ ਜਿਹੜਾ ਨੋਜ਼ ਦੇ ਵਿੱਚੋਂ ਲਹੂ ਆ ਰਿਹਾ ਨੋਜ਼ ਬਲੀਡਿੰਗ ਹੋ ਰਹੀ ਹੈ ਉਹ ਬੰਦ ਹੋ ਜਾਵੇ। फर्स्ट एड फॉर स्प्रेन्स। स्प्रेन्स मीन्स मोच। द एंकल जॉइंट, नी जॉइंट एंड रिस्ट जॉइंट इज़ अ साइट ऑफ स्पेन्स इन चिल्ड्रन। ज़्यादातर जी मोच हैगी है वो साडे गुट ते गिट्टा हो गया ਜਾਂ ਗੋਡੇ 'ਤੇ ਆਉਂਦੀ ਆ। ਵੈਨ ਟਿਸ਼ੂਜ਼ ਅਰਾਊਂਡ ਅ ਜੁਆਇੰਟ ਗੈਟ ਟੌਰਨ ਆਫ ਵੀ ਕਾਲ ਇਟ ਅ ਸਪ੍ਰੇਨ। ਜਦੋਂ ਸਾਡੇ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਫਟ ਜਾਂਦੀਆਂ ਨੇ ਤਾਂ ਉਸਨੂੰ ਅਸੀਂ ਕੀ ਬੋਲਦੇ ਹਾਂ, ਮੋਚ ਆਉਣਾ। ਸਪ੍ਰੇਨ ਅਕਰ ਮੋਸਟਲੀ ਵਾਈਲ ਪਲੇਇੰਗ। ਜ਼ਿਆਦਾਤਰ ਮੋਚ ਜਿਹੜੀ ਹੈ ਖੇਡ ਦੇ ਟਾਈਮ ਆਉਂਦੀ ਹੈ। ਦ ਜੁਆਇੰਟ ਸਵੈਲਜ਼ ਅਪ ਕੌਜ਼ਿੰਗ ਅ ਲੋਟ ਆਫ ਪੇਨ। ਜਿੱਥੇ ਮੋਚ ਆਈ ਹੁੰਦੀ ਹੈ ਉਹ ਵਾਲਾ ਜਿਹੜਾ ਹਿੱਸਾ ਹੈ ਉੱਥੇ ਬਹੁਤ ਜ਼ਿਆਦਾ ਸਵੈਲਿੰਗ ਹੋ ਜਾਂਦੀ ਹੈ, ਸੋਜ ਪੈ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ। ਆਈਸ ਪੈਕਸ ਆਰ ਯੂਜ਼ ਟੂ ਰਿਡਿਊਸ ਦਾ ਸਵੈਲਿੰਗ। ਜਿੱਥੇ ਮੋਚ ਆਈ ਹੁੰਦੀ ਉੱਥੇ ਅਸੀਂ ਆਈਸ ਪੈਕ ਯੂਜ਼ ਕਰਕੇ ਜਿਹੜੀ ਸੋਜ ਆ ਉਸਨੂੰ ਰਿਡਿਊਸ ਕਰ ਸਕਦੇ ਹਾਂ, ਘੱਟ ਕਰ ਸਕਦੇ ਹਾਂ। ਯੂਜ਼ ਅ ਪੇਨ ਰਿਲੀਫ ਜੈਲ ਔਨ ਦ ਸਪ੍ਰੇਨ ਐਜ਼ ਪਰ ਐਡਵਾਈਜ਼ ਦ ਪੇਨ ਮਾਈਟ ਗੈਟ ਕੰਟਰੋਲਡ। ਇਸ ਤੋਂ ਇਲਾਵਾ ਅਸੀਂ ਪੇਨ ਰਿਲੀਫ ਜਿਹੜਾ ਜੈਲ ਹੈਗਾ ਵਾ ਉਸਨੂੰ ਵੀ ਯੂਜ਼ ਕਰ ਸਕਦੇ ਹਾਂ, ਉਸ ਦੇ ਨਾਲ ਵੀ ਜਿਹੜੀ ਪੇਨ ਹੈ ਕੰਟਰੋਲ ਹੋ ਜਾਏਗੀ। An elastic bandage is wrapped around the joint in the shape of an 8 to give it support and keep the joint movable। ਉਸ ਤੋਂ ਇਲਾਵਾ ਇਲਾਸਟਿਕ ਬੈਂਡੇਜ ਜਿਹੜਾ ਹੈਗਾ ਉਸਨੂੰ ਆਪਾਂ ਜੁਆਇੰਟ ਦੇ ਆਲੇ ਦੁਆਲੇ ਰਾਊਂਡ ਕਰਾਂਗੇ 8 ਦੀ ਸ਼ੇਪ ਵਿੱਚ ਤਾਂ ਕਿ ਜਿਹੜਾ ਜੁਆਇੰਟ ਆ ਉਸਨੂੰ ਸਪੋਰਟ ਦਿੱਤੀ ਜਾ ਸਕੇ ਅਤੇ ਉਹ ਮੂਵੇਬਲ ਵੀ ਹੋਵੇ। ਇਸ ਪਿਕਚਰ ਵਿੱਚ 8 ਦੀ ਸ਼ੇਪ ਵਿੱਚ ਜਿਹੜੇ ਇਲਾਸਟਿਕ ਬੈਂਡ ਹੈ ਉਸਨੂੰ ਰੈਪ ਕਰ ਰਹੇ ਨੇ। ਫਸਟ ਏਡ ਫॉर ਫ੍ਰੈਕਚਰਸ। ਅ ਬੈਡ ਫॉल ਕੈਨ ਸਮਟਾਈਮਸ ਮੇਕ ਅ ਬੋਨ ਟੂ ਕਰੈਕ। ਜਦੋਂ ਕੋਈ ਬਹੁਤ ਬੁਰੀ ਤਰ੍ਹਾਂ ਡਿੱਗਦਾ ਹੈ ਤਾਂ ਉਸਦੀ ਜਿਹੜੀ ਹੱਡੀ ਆ ਉਸ ਵਿੱਚ ਕਰੈਕ ਆ ਜਾਂਦਾ। ਦ ਨੇਮ ਗਿਵਨ ਟੂ ਦਿਸ ਇਜ਼ ਫ੍ਰੈਕਚਰ। ਉਸਨੂੰ ਆਪਾਂ ਕਾਹਦਾ ਨਾਮ ਦਿੰਦੇ ਹਾਂ, ਫ੍ਰੈਕਚਰ ਦਾ। ਇਟ ਇਜ਼ ਵੈਰੀ ਪੇਨਫੁਲ ਐਂਡ ਮਸਟ ਬੀ ਅਟੈਂਡਡ ਸੀਨ ਬਾਈ ਅ ਡਾਕਟਰ। ਇਹ ਬਹੁਤ ਜ਼ਿਆਦਾ ਕੀ ਹੁੰਦਾ, ਦਰਦ ਫੀਲ ਹੁੰਦੀ ਹੈ ਜਦੋਂ ਫ੍ਰੈਕਚਰ ਹੋਇਆ ਹੁੰਦਾ ਅਤੇ ਇਹ ਡਾਕਟਰ ਦੁਆਰਾ ਹੀ ਦੇਖਿਆ ਜਾਂਦਾ। ਵਨ ਕੈਨ ਓਨਲੀ ਹੈਲਪ ਬਾਈ ਨੋਟ ਮੂਵਿੰਗ ਦ ਬੋਡੀ ਪਾਰਟ ਵੇਅਰ ਫ੍ਰੈਕਚਰ ਇਜ਼ ਸਸਪੈਕਟਡ। ਜਿੱਥੇ ਸ਼ੱਕ ਪਵੇ ਕਿ ਇੱਥੇ ਫ੍ਰੈਕਚਰ ਹੋਇਆ ਉਸ ਪਾਰਟ ਨੂੰ ਨਾ ਮੂਵ ਕਰਕੇ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ। ਇਫ ਸਸਪੈਕਟਡ ਇਨ ਦ ਰਿਸਟ ਅ ਸਲਿੰਗ ਵਿਲ ਪ੍ਰੂਵ ਕੁਆਇਟ ਹੈਲਪਫੁਲ। ਜੇ ਤਾਂ ਰਿਸਟ ਵਿੱਚ ਫ੍ਰੈਕਚਰ ਹੋਵੇ ਤਾਂ ਸਲਿੰਗ ਦਾ ਯੂਜ਼ ਕੀਤਾ ਜਾਂਦਾ। ਇਫ ਇਨ ਦ ਲੈਗ ਅ ਸਪਲਿੰਟ ਕੈਨ ਬੀ ਯੂਜ਼ ਟੂ ਗਿਵ ਸਪੋਰਟ। ਅਤੇ ਜੇ ਲੱਤ ਵਿੱਚ ਜਿਹੜਾ ਹੈਗਾ ਫ੍ਰੈਕਚਰ ਹੋਇਆ ਹੋਵੇ ਤਾਂ ਸਪਲਿੰਟ ਯੂਜ਼ ਕੀਤਾ ਜਾਂਦਾ ਸਪੋਰਟ ਦੇਣ ਲਈ। However, only a trained person can make a sling or splint bandage, not an untrained person। ਜਿਹੜਾ trained person means doctors ਨੇ ਉਹੀ sling ਤੇ splint bandage ਕਰ ਸਕਦੇ, ਕੋਈ untrained persons ਨਹੀਂ ਕਰ ਸਕਦੇ। A sling can be made of cloth। ਜਿਹੜੀ sling ਹੈ ਉਹ ਕੱਪੜੇ ਦੀ ਬਣੀ ਹੁੰਦੀ ਹੈ ਬਾਜੂ ਨੂੰ ਸਪੋਰਟ ਦੇਣ ਲਈ, ਬਾਂਹ ਜਿਹੜੀ ਹੁੰਦੀ ਹੈ ਸਾਡੀ ਉਹਨੂੰ ਸਪੋਰਟ ਦੇਣ ਵਾਸਤੇ। While a splint can be made of cardboard piece or thick sheets of paper or some wooden pieces। ਬਟ ਜਿਹੜੀ ਸਪਲਿੰਟ ਹੈਗੀ ਆ ਉਹ ਕਾਰਡਬੋਰਡ ਦੀ ਬਣੀ ਹੁੰਦੀ ਹੈ, ਹਾਰਡ ਜਿਹੜੀ ਸ਼ੀਟਸ ਨੇ ਉਹਨਾਂ ਦੀ ਬਣੀ ਹੁੰਦੀ ਹੈ ਸਪੋਰਟ ਦੇਣ ਵਾਸਤੇ। ਥੈਂਕ ਯੂ ਕਲਾਸ, ਹੈਵ ਅ ਨਾਈਸ ਡੇ।